मैं ये थोड़े दिन पहले जिक्र भी कर रहा ਸੀ ਕਿਸੇ ਨੂੰ, ਮੈਂ ਕਿਹਾ ਉਹ ਮੈਂ ਇੰਨੀ ਕੁ ਵਧੀਆ ਕੁੜੀ ਦੇਖੀ ਸੀ ਨਾ, ਲਾਸਟ ਦੇ ਵਿੱਚ ਸੀਨ ਸ਼ੂਟ ਕਰ ਰਹੇ ਸੀਗੇ ਪੂਰਾ ਦੁਲਹਨ ਵਾਲਾ ਵਗੈਰਾ ਬਣਾ ਕੇ ਇੱਦਾਂ। ਸਾਢੇ 4:30 ਵਜੇ ਦਾ ਟਾਈਮ ਹੋ ਗਿਆ ਸੀ, ਸਵੇਰ ਤੋਂ ਸ਼ੂਟ ਚੱਲ ਰਿਹਾ ਸੀ 4 ਵਜੇ ਤੋਂ, ਨੈਕਸਟ ਡੇ 4 ਵਜ ਗਏ ਸੀ। ਤੂੰ ਇੱਦਾਂ ਕਰਕੇ ਸੋਫੇ 'ਤੇ ਸੁੱਤੀ ਪਈ ਸੀ, ਮੈਂ ਇੱਕਦਮ ਗਿਆ, ਮੈਂ ਕਿਹਾ ਹਿਮਾਂਸ਼ੀ ਹਾਂਜੀ ਸਰ ਕਿੱਥੇ, ਹਾਂਜੀ ਓਕੇ ਚਲੋ ਠੀਕ। ਉਹਨੇ ਇੱਦਾਂ ਵੀ ਨਹੀਂ ਕਿਹਾ ਵੀ ਮੈਂ ਹਾਂ ਨਹੀਂ, ਉਹਨੇ ਆਪਣੇ ਕੰਮ ਲਈ ਬਹੁਤ ਵਧੀਆ ਕੰਮ ਕੀਤਾ। ਲਾਸਟ ਫਸਟ ਟਾਈਮ ਜਦੋਂ UK ਗਏ ਸੀਗੇ ਅਸੀਂ, ਜਿਹੜੇ ਹੋਟਲ ਦੇ ਵਿੱਚ ਸਟੇ ਕਰ ਰਹੇ ਸੀ, ਅਤੇ ਉੱਥੇ ਨਾ ਨੀਚੇ ਉਦੋਂ ਇੰਗਲਿਸ਼ ਇੰਨੀ ਜ਼ਿਆਦਾ ਨਹੀਂ ਸਾਡੀ ਹਾਈ ਹੈਗੀ ਸੀਗੀ, ਅਤੇ ਉਦੋਂ ਪਤਾ ਨਹੀਂ ਕਿਹੜੀ ਕੋਈ ਚੀਜ਼ ਚਾਹੀਦੀ ਸੀ, ਅਤੇ ਮੈਂ ਉਹਨੂੰ ਇੰਗਲਿਸ਼ ਦੇ ਵਿੱਚ ਸਮਝਾਈ ਗਿਆ ਬੰਦੇ ਨੂੰ, ਮੇਰੀ ਸ਼ਕਲ ਦੇਖੀ ਗਿਆ, ਉਹ ਗੰਜਾ ਜਿਹਾ ਬੰਦਾ ਸੀ, ਪੂਰਾ ਲੱਗਦਾ ਸੀ ਹੈ ਨਾ। ਜਿੰਨੀ ਕੁ ਸਾਨੂੰ ਸੀਗਾ, ਅਸੀਂ ਪਹਿਲੀ ਵਾਰੀ ਜਿੰਨਾ ਕਰੀ ਸੀ, ਅਸੀਂ ਉਹਨੂੰ ਸਮਝਾਈ ਗਿਆ ਵੀ ਆਹ ਚੀਜ਼ ਚਾਹੀਦੀ, ਪਤਾ ਕੋਈ ਚੀਜ਼ ਮੰਗ ਰਹੇ ਸੀ ਹੈਂ। ਅਤੇ ਜਦੋਂ ਮੈਂ ਸਾਰਾ ਗੱਲ ਗੁੱਲ ਦੱਸਦੀ, ਉਹ ਮੇਰੀ ਸ਼ਕਲ ਦੇਖਿਆ, ਮੈਂ ਕਿਹਾ ਕੀ ਗੱਲ ਹੋ ਗਈ, ਦੇਖੀ ਪਤਾ ਨਹੀਂ ਕਿਉਂ ਜਾਂਦਾ ਹੁਣ, ਕਹਿੰਦਾ ਮੁੱਕ ਗਈ। ਅੱਛਾ ਮੈਂ ਕਿਹਾ ਪੰਜਾਬੀ ਆ ਬਾਈ, ਕਹਿੰਦਾ ਹਾਂ ਯਾਰ ਮੈਂ ਪੰਜਾਬੀ ਆ, ਮੈਂ ਕਿਹਾ ਉਹੀ ਇੰਗਲਿਸ਼ ਮਾਰੀ ਜਾਂਦਾ, ਇੰਨਾ ਟਾਈਮ ਹੋ ਗਿਆ। पहला निंजा सर के साथ आपका ये गाना था जट्टा दा पुत, सब हो गया। सोने माही दा होया ए दीदार, ਹੁਣ ਤਾਂ ਮੈਂ ਤੇਰੇ ਤੋਂ ਵਾਰ-ਵਾਰ ਕਿਆ ਕਹਿੰਦੇ ਹਾਰ ਮੰਗਾ। ਪਹਿਲਾ ਬੰਦਾ 2 ਵਕਤ ਦੀ ਰੋਟੀ ਮੰਗਦਾ, ਫਿਰ ਹੋ ਜਾਣ ਮੰਗਾ ਵੱਡੀਆਂ, ਜ਼ਿੰਦਗੀ ਵਿੱਚ ਹਰ ਕੋਈ ਮਾਰੋ ਤਰਲੇ, ਇੱਕ ਚਾਹਤ ਨਹੀਂ ਮੁਕਤੀ, ਬੰਦਾ ਜੋ ਮਰਜ਼ੀ ਹਾਸਿਲ ਕਰ ਲੇ। ਸਤਿ ਸ਼੍ਰੀ ਅਕਾਲ ਸਰ, ਕਿਵੇਂ ਹੋ ਤੁਸੀਂ? ਬਹੁਤ ਵਧੀਆ, ਸਤਿ ਸ਼੍ਰੀ ਅਕਾਲ। वेलकम टू बल्ले बॉली मैगजीन्स कॉन्वर्सेशन। थैंक यू जी, थैंक यू। एक डायरेक्टर वैसे कैप्टन ऑफ द शिप होते हैं जी, और जब भी आप कोई सीन को डायरेक्ट करते हो तो सेट पे तो एक दूसरे का नाम बुलाना, और आजकल सिंगर्स भी अपना कुछ पेन नेम रख लेते हैं, तो आपको ज़्यादा किस नाम से बुलाते हैं सेट्स पे? ਮੈਨੂੰ ਤਾਂ ਮੋਸਟਲੀ ਜੀ ਮੇਰਾ ਨਾਮ ਤਾਂ ਵੈਸੇ ਜੌਨੀ, ਵੈਸੇ ਸਾਰੇ ਹੀ ਕਹਿੰਦੇ ਨੇ ਮੋਸਟਲੀ ਤੁਹਾਨੂੰ ਸਾਰੇ, ਕਿਉਂਕਿ ਜਿਹੜਾ ਮੇਨ ਆਪਣਾ ਹੁੰਦਾ ਜਾਂ ਭਾਜੀ ਕਹਿੰਦੇ ਨੇ ਜਾਂ ਕੁਝ ਵੀ ਆ, ਬਿਕੋਜ਼ ਜਿਹੜਾ ਡਾਇਰੈਕਟਰ ਆ ਇੱਕ ਸੀਨੀਅਰ ਪਰਸਨ ਹੁੰਦਾ ਆ। ਚਾਹੇ ਮੇਰੀ ਏਜ ਘੱਟ ਸੀ, ਮੇਰੇ ਜਦੋਂ ਮੈਂ ਸਟਾਰਟਿੰਗ ਵੀ ਕੀਤੀ, ਜਦੋਂ ਮੇਰੀ ਏਜ ਘੱਟ ਵੀ ਸੀਗੀ, ਤਾਂ ਮੇਰੇ ਜਿਹੜੇ ਕਰੂ ਮੈਂਬਰ ਸੀਗੇ ਉਹ ਵੱਡੇ ਵੀ ਹੁੰਦੇ ਸੀਗੇ, ਜਾਣੀ ਕਿ ਮੇਰੀ ਏਜ ਤੋਂ ਵੱਡੇ ਹੁੰਦੇ ਸੀ, ਤਾਂ ਮੋਸਟਲੀ ਭਾਜੀ ਕਹਿੰਦੇ ਸੀ, ਸਰ ਕਹਿੰਦੇ ਸੀ, ਜਾਂ ਜੌਨੀ ਕਹਿੰਦੇ ਸੀ। ਇਹ ਜੌਨੀ ਨਾਮ ਕੈਸੇ ਪੜਾ ਆਪਕਾ? ਇਹ ਮੰਮੀ ਨੂੰ ਪੁੱਛਣਾ ਪੈਣਾ। ਅੱਛਾ, ਇਹ ਮੰਮੀ ਦੱਸਦੇ ਹੁੰਦੇ ਆ ਕਿ ਜਦੋਂ ਮੇਰਾ ਜਨਮ ਹੋਇਆ ਸੀ, ਤੇ ਉਹਨਾਂ ਦੇ ਨਾ ਨੇਬਰ ਦੇ ਵਿੱਚ ਕਿਸੇ ਨੇ ਕੋਈ ਬਾਹਰੋਂ ਆਏ ਸੀ, ਉੱਤੇ ਉਹਨਾਂ ਨੇ ਪਤਾ ਨਹੀਂ ਇੱਦਾਂ ਦਾ ਕੋਈ ਨਾਮ ਰੱਖਿਆ ਸੀ ਜੌਨੀ, ਤੇ ਉਹਨਾਂ ਨੇ ਫਿਰ ਮੇਰਾ ਨਿਕਨੇਮ ਜੌਨੀ ਰੱਖਿਆ ਸੀਗਾ। तो आपको बचपन में कभी बच्चों ने ऐसे पोएम भी है एक, जॉनी जॉनी यस पापा, कभी वो चिढ़ाते होंगे बचपन में? ਹੁਣ ਤਾਂ ਇੰਨਾ ਯਾਦ ਨਹੀਂ ਹੈਗਾ ਨਹੀਂ, ਚੜਾਉਣ ਵਾਲੀ ਤਾਂ ਗੱਲ ਨਹੀਂ, ਵੈਸੇ ਵਧੀਆ ਇੱਕ ਨਾਮ ਸੀ ਇੱਦਾਂ ਆਪਣੇ ਆਪ ਨੂੰ, ਜਦੋਂ ਖੁਸ਼ੀ ਬੰਦੇ ਵੈਸੇ ਮਿਲਦੀ, ਮੇਰਾ ਨਾਮ ਉਹਦੇ ਵਿੱਚ ਲਿਖਿਆ ਹੋਇਆ ਕਿਤਾਬਾਂ ਦੇ ਵਿੱਚ, ਬੱਚੇ ਬੋਲਦੇ ਜੌਨੀ ਜੌਨੀ ਯਸ ਪਾਪਾ, एक अलग सा नाम। हाँ जी हाँ जी, अलग सा नाम। अच्छा बिल्कुल। आपका फेवरेट सीजन समर्स है या विंटर्स है? वैसे विंटर ही है। विंटर ही है, तो समर्स जब होते हैं, अब तो समर्स आने वाले हैं, आप स्ट्रॉबेरी का शेक पीते हो, वो आपका फेवरेट है, और विंटर्स में आप गजरेला बनाते हो, कढ़ाई पनीर भी बना लेते हो, तो कहीं ये मैम से कभी कभी जब आप घर जाने के लिए लेट हो जाते हो काम से, मैम आपको ड्यूटी तो नहीं देते कि आज डिनर आप बना? नहीं जी, मैं ड्यूटी खुद लेना। कुकिंग में शौक है? अच्छा, कुकिंग का शौक है। अच्छा, मैं खुद ही ड्यूटी लेता हूँ अपनी। तो और क्या क्या बना लेते हैं हम? ਤੁਸੀਂ ਦੱਸੋ ਕੀ ਖਾਣਾ? अच्छा, आपको सब कुछ बनाना? हाँ जी, मोस्टली सारा कुछ। तो मैम बहुत एक आटा गुनना नहीं आता बस। अच्छा, हमने सब सीख लिया होना। अच्छा, हमने समर्स की बात की, एंड आपके बेटे का नाम समरप्रीत एंड रियान प्रीत, दोनों बहुत प्यारे प्यारे नाम हैं, तो दोनों का नाम किसने रखा? मैं रखा जी। आपने दोनों का नाम रखा। ज्यादा परेशान कौन सा करता है? रियान। हाँ जी, वो भी वीडियोस आजकल काफी बनाते रहते हैं। हाँ जी, वो एक ਅਸੀਂ ਚਾਈਲਡ ਆਰਟਿਸਟ ਉਹਨੂੰ ਜਲਦੀ ਲਾਂਚ ਕਰਾਂਗੇ, ਹੋਰ 6-7 ਮਹੀਨੇ ਦਾ ਛੋਟਾ ਹੈ, ਉਹਦੀ ਟ੍ਰੇਨਿੰਗ ਚੱਲਦੀ ਹੈ, ਤੇ ਜਲਦੀ ਉਹਨੂੰ ਲਾਂਚ ਕਰਾਂਗੇ। ਜਦੋਂ ਥੋੜਾ ਜਿਹਾ ਨਾ ਬੋਲਦਾ ਘੱਟ ਹੈ, ਜਦੋਂ ਬੋਲਣ ਲੱਗ ਗਿਆ ਚੰਗੀ ਤਰ੍ਹਾਂ, ਫਿਰ ਉਹਨੂੰ ਉਹਦਾ ਲਾਂਚਿੰਗ ਕਰਾਂਗੇ। बेस्ट विशेस आपको। अच्छा, आपकी अगर हम जर्नी देखें तो काफ़ी छोटे से आपने शुरू किया, 2006 में आपने अपना पहला गाना डायरेक्ट किया था, तो आज जब उस गाने की वीडियो देखते हो तो लगता है कि यहाँ ये गलती की थी, अब जो मैंने डायरेक्शन किया इसमें ये सुधार, यहाँ पे ये चेंज होना चाहिए था? ਹਾਂਜੀ, ਕਿਉਂਕਿ ਵੈਸੇ ਵੀ ਜਦੋਂ ਚੀਜ਼ ਪੁਰਾਣੀ ਹੋ ਜਾਂਦੀ ਆ ਜਾਂ ਕੁਝ 2006 ਤੋਂ ਲੈ ਕੇ ਅੱਜ ਤੱਕ ਆਪਾਂ ਦੇਖੀਏ,
ਤਾਂ ਵੈਸੇ ਹੀ ਟਾਈਮ ਬਹੁਤ ਐਡਵਾਂਸ ਹੋ ਗਿਆ 15-16 ਸਾਲਾਂ ਦੇ ਵਿੱਚ, ਕੈਮਰਿਆਂ ਤੋਂ ਲੈ ਕੇ ਹਰ ਚੀਜ਼ਾਂ ਦੇ ਵਿੱਚ ਜਦੋਂ ਦੇਖਦੇ ਹਾਂ ਉਦੋਂ ਕਈ ਵਾਰੀ ਆਪ ਜਦੋਂ ਪੁਰਾਣਾ ਗਾਣਾ ਚੱਕਦੇ ਉਦੋਂ ਕਈ ਵਾਰ ਹੱਸ ਸਕਦੇ ਯਾਰ ਆਪਾਂ ਕੀ ਕਰਦੇ ਹੁੰਦੇ ਸੀ, ਕਿੱਦਾਂ ਦੇ ਮਿਊਜ਼ਿਕ ਵੀਡੀਓ ਹੁੰਦੇ ਸੀਗੇ ਉਦੋਂ, ਕਿਉਂਕਿ ਉਦੋਂ ਕੈਮਰਿਆਂ ਦਾ ਹੋਰ ਜ਼ਮਾਨਾ ਸੀ। ਉਦੋਂ ਕੈਮਰੇ ਵੱਡੇ ਵੱਡੇ ਕੈਮਰੇ ਦੀ ਕੈਸਟਾਂ ਪੈਂਦੀਆਂ ਹੁੰਦੀਆਂ ਸੀ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉਦੋਂ ਵੀ, ਉਦੋਂ ਬੀਟਾ ਕੈਮਰੇ ਆਉਂਦੇ ਹੁੰਦੇ ਸੀ, ਬੀਟਾ ਕੈਮਰਾ ਸੀ, ਬੀਟਾ ਕੈਸਟਾਂ ਪੈਂਦੀਆਂ ਹੁੰਦੀਆਂ ਸੀ ਵੱਡੀਆਂ ਵੱਡੀਆਂ, ਫਿਰ ਉਹਨਾਂ ਨੂੰ ਡੰਪਿੰਗ ਕਰਦੇ ਸੀ, ਫਿਰ ਜਾ ਕੇ ਐਡੀਟਿੰਗਾਂ ਵਗੈਰਾ ਹੁੰਦੀਆਂ ਸੀ। ਉਦੋਂ ਸਿਸਟਮ ਹੀ ਹੋਰ ਸੀਗਾ। ਹਾਂ ਉਹ ਲੱਗਦਾ ਜ਼ਰੂਰ ਹੈ ਕਿਉਂਕਿ ਉਦੋਂ ਨਵਾਂ ਸੀਗਾ ਨਾ। ਉਸ ਤੋਂ ਬਾਅਦ ਜਦੋਂ ਆਪਾਂ ਸਿੱਖਦੇ ਜਾਂਦੇ, ਵੈਸੇ ਸਿੱਖਣਾ ਹੀ ਚਾਹੀਦਾ ਹਮੇਸ਼ਾ, ਅੱਜ ਵੀ ਆਪਾਂ ਸਿੱਖਦੇ ਹੀ ਪਏ ਹਾਂ ਕੁਛ ਨਾ ਕੁਛ। ਕਈ ਵਾਰੀ ਅੱਜ ਵੀ ਕੁਛ ਨਵੇਂ ਵੀਡੀਓਜ਼ ਨਵੇਂ ਯੰਗਸਟਰ ਮੁੰਡੇ ਵਧੀਆ ਕਰਦੇ ਨੇ, ਮੈਂ ਖੁਦ ਤਾਰੀਫ ਕਰ ਲਈ ਦੀ, ਆਪਾਂ ਵੀ ਅੱਛਾ ਲੱਗਦਾ ਉਹਨਾਂ ਤੋਂ ਸਿੱਖਣ ਨੂੰ ਮਿਲਦਾ, ਤਾਂ ਸਿੱਖਦੇ ਰਹੋ ਹਮੇਸ਼ਾ। तो 15 साल का अब आपको एक्सपीरियंस हो गया है, और आज के कमलप्रीत जॉनी में और तब के कमलप्रीत जॉनी में किस तरह से अंतर था? ਅੰਤਰ ਕੁਛ ਨਹੀਂ, ਪਹਿਲਾਂ ਕੁਆਰੇ ਸੀਗੇ, ਹੁਣ ਵਿਆਹ ਹੋ ਗਿਆ, 2 ਬੱਚਿਆਂ ਦੇ ਬਾਪ ਬਣ ਗਏ ਹੈਗੇ, ਇੰਨਾ ਕੁ ਅੰਤਰ ਹੋ ਗਿਆ। अच्छा तो ये आपने ब्याह की बात की, आप शादी के गाने शूट करने से बहुत है ना तुसी भजदे हो, तो ये अपनी शादी के एक्सपीरियंस के बाद से तो नहीं हुआ है? नहीं ये पहला तो ही है जी। अच्छा अच्छा तुसी मेरा पूरे जान की स्टडी की हुई है। हाँ जी, मैं एक्चुअली ना थोड़ा ਉਹ ਗਾਣਿਆਂ ਤੋਂ ਪਰਹੇਜ਼ ਕਰਦਾ ਹਾਂ ਕਿਉਂਕਿ ਨਾ ਖਲਾਰਾ ਜ਼ਿਆਦਾ ਹੁੰਦਾ ਆ। ਹਾਂ ਜੀ। ਤੇ ਉਹ ਗਾਣਿਆਂ ਦੇ ਵਿੱਚ ਬਜਟ ਥੋੜੇ ਜਿਹੇ ਸੀਮਤ ਹੁੰਦੇ ਨੇ, ਤੇ ਉਹਨਾਂ ਦੇ ਵਿੱਚ ਯਾਨੀ ਕਿ ਇੱਕ ਵਿਆਹ ਹੀ ਕਰਨਾ ਹੁੰਦਾ ਆਪਾਂ, ਪ੍ਰੋਪਰ ਪੂਰਾ ਵਿਆਹ ਹੁੰਦਾ। ਉਹ ਵੀ ਇਕੱਲੀ ਚੀਜ਼ ਮਾਮਾ ਚਾਚਾ ਤਾਇਆ ਕੋਈ ਵੀ ਚੀਜ਼ ਹੁੰਦੀ ਆ। ਇਹ ਵਾਰ ਗਾਣੇ ਦਾ ਕਨਸੈਪਟ ਹੁੰਦਾ ਤਾਂ ਬਹੁਤ ਖਲਾਰੇ ਵਾਲਾ ਸਿਸਟਮ ਹੁੰਦਾ। ਥੋੜਾ ਜਿਹਾ ਮੈਂ ਪਰਹੇਜ਼ ਰੱਖਦਾ ਗਾਣਿਆਂ ਤੋਂ, ਕਿਉਂਕਿ ਉਹਨਾਂ ਦੇ ਵਿੱਚ ਕ੍ਰੀਏਟੀਵਿਟੀ ਨਹੀਂ ਹੁੰਦੀ ਹੈਗੀ। ਉਹਨਾਂ ਦੇ ਵਿੱਚ ਤੁਸੀਂ ਕੁਝ ਕਰ ਨਹੀਂ ਸਕਦੇ, ਉਹੀ ਚੀਜ਼ਾਂ ਹੁੰਦੀਆਂ, ਉਹੀ ਦਿਖਾਉਣਾ ਹੁੰਦਾ। ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਦਿਖਾਤਾ ਜੀ, ਵਿਆਹ ਹੋ ਗਿਆ, ਮੁੰਡਾ ਹੋ ਗਿਆ, ਕੁੜੀ ਹੋ ਗਈ, ਕਿਸੇ ਨੇ ਦਾਰੂ ਪੀ ਲਈ, ਇੱਦਾਂ ਕਰ ਲਿਆ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। अच्छा, बचपन में आप एक्टर बनने का आपको बहुत ज़्यादा शौक था, तो आप किस एक्टर को ज़्यादा फॉलो करते थे? उनके डांस स्टेप्स करना, उनके एक्टिंग स्किल्स को फॉलो करना, उनका डायलॉग बोलना? ਹੁਣ ਤਾਂ ਇਹਨਾਂ ਦਿਮਾਗ 'ਚੋਂ ਸਕਿਪ ਹੈ ਜੀ, ਕਿਉਂਕਿ ਬਚਪਨ ਥੋੜ੍ਹੀ ਯਾਦਾਂ ਨੂੰ ਮੈਮਰੀ ਲੋਸ ਹੋਈ ਜਾਂਦੀ ਹੁਣ ਹੌਲੀ ਹੌਲੀ। ਅਤੇ ਵੈਸੇ ਉਦੋਂ ਜਦੋਂ ਅਸੀਂ ਕਰਦੇ ਸੀ ਜਾਂ ਦੇਖਦੇ ਸੀਗੇ ਤਾਂ ਜਿਵੇਂ ਉਦੋਂ ਐਕਟਿੰਗ ਫਿਲਮਾਂ ਉਦੋਂ ਹਿੰਦੀ ਫਿਲਮਾਂ ਦਾ ਜ਼ਿਆਦਾ ਜ਼ਮਾਨਾ ਸੀਗਾ, ਜਿੱਥੇ ਗੋਵਿੰਦਾ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਸੀ। ਗੋਵਿੰਦਾ ਨੂੰ ਇੱਕ ਅਸੀਂ ਐਕਟਰ ਹੈ ਨਾ ਮੰਨਦੇ ਹੋ ਸੀ, ਅਕਸ਼ੇ ਕੁਮਾਰ ਭਾਈ ਦੀ ਬਹੁਤ ਵਧੀਆ ਹੁੰਦਾ ਸੀਗਾ ਸਿਸਟਮ, ਅਤੇ ਇੱਦਾਂ ਦੀ ਸਿਸਟਮ ਦੇਖ ਕੇ ਚੱਲੇ। फिर आपने पहला एक ऐसे ही आइडिया दे दिया, उसके बाद कोरियोग्राफ किया और फिर इस लाइन में पूरी तरह से आ गए। जी। तो म्यूजिक वीडियोस आपने डायरेक्ट की हैं, आपने कभी मूवी या कोई वेब सीरीज डायरेक्ट करने? हाँ जी, मैं वेब सीरीज़ की है जी। हमने एक वेब सीरीज़ साड़ी कंप्लीट होने वाली है, तो कुछ पार्ट रहता है तो वो भी जल्दी। तो उसके बारे में कुछ बताइए। हाँ जी, वेब सीरीज़ की सीगी, वो सारी बेस्ड ऑन गर्ल्स है जी, कुड़ियां दे उत्ते है। ਉਹਦੇ ਵਿੱਚ 11 ਕੁੜੀਆਂ ਦੀ ਸਟੋਰੀ ਆ, ਵੂਮਨ ਐਮਪਾਵਰਮੈਂਟ। ਹਾਂ 11 ਗਰਲਸ ਉਹ ਜਿਹੜੀ ਸਟੇਟ ਤੋਂ ਜਿੱਥੋਂ ਕਿੱਥੋਂ ਆਈ ਆ, ਅਤੇ ਉਹਨਾਂ ਉੱਦਾਂ ਦੀ ਲੈਂਗੁਏਜ ਯੂਜ਼ ਹੁੰਦੀ ਆ, ਕੋਈ ਹਰਿਆਣਾ ਤੋਂ, ਕੋਈ ਪੰਜਾਬ ਤੋਂ, ਕੋਈ ਮੁਸਲਿਮ ਆ, ਕੋਈ ਕੁਛ ਆ, ਅਤੇ ਉੱਦਾਂ ਦੀ ਉਹਨਾਂ ਦਾ ਸਟਾਈਲ ਹੈਗਾ ਜੀ। ਅਤੇ ਉਹਦੇ ਵਿੱਚ ਬਾਲੀਵੁੱਡ ਦੇ ਬਹੁਤ ਮਸ਼ਹੂਰ ਐਕਟਰ ਮੁਕੇਸ਼ ਤਿਵਾਰੀ ਜੀ ਵੀ ਨੇ, ਜਿਨ੍ਹਾਂ ਨੂੰ ਵਸੂਲੀ ਭਾਈ ਦੇ ਨਾਮ ਤੋਂ ਜਾਣਦੇ ਆ, ਅਤੇ ਉਹਨਾਂ ਨਾਲ ਕੰਮ ਕੀਤਾ ਜੀ। ਅਤੇ ਜਿਮੀ ਸ਼ਰਮਾ ਨੇ, ਕਾਫੀ ਵੱਡੀ ਕਾਸਟ ਹੈਗੀ ਹੈ। तो जैसे आपने अभी अपने वेब सीरीज़ की बात की, वैसे ही काफ़ी अच्छे बॉलीवुड में भी आपने स्टार्स के साथ काम किया, जैसे हिमांशी खुराना, उनके साथ काम का कैसा एक्सपीरियंस रहा? हिमांशी नाल काम करके एक्सपीरियंस बहुत ਵਧੀਆ ਰਿਹਾ। मतलब सेट पे कैसे थे? और हिमांशी बहुत ਵਧੀਆ ਆਰਟਿਸਟ ਸੀ, ਕਿਉਂਕਿ ਹਿਮਾਂਸ਼ੀ ਸਭ ਤੋਂ ਪਹਿਲਾਂ ਮੈਨੂੰ ਇੱਕ ਪ੍ਰੋਬਲਮ ਸੀਗੀ, ਬਿਕੋਜ਼ ਉਸ ਟਾਈਮ ਜਦੋਂ ਅਸੀਂ ਕੰਮ ਕਰ ਰਹੇ ਸੀ, ਵੈਸੇ ਮੈਨੂੰ ਜਾਣਦੀ ਕਾਫੀ ਟਾਈਮ ਤੋਂ ਸੀ, ਅਸੀਂ ਕੰਮ ਨਹੀਂ ਕਦੀ ਇਕੱਠੇ ਕੀਤਾ ਸੀਗਾ, ਅਤੇ ਮੈਨੂੰ ਪ੍ਰੋਬਲਮ ਸੀਗੀ ਐਕਚੁਅਲੀ ਸ਼ਹਿਨਾਜ਼ ਨੇ ਮੇਰੇ ਨਾਲ ਬਹੁਤ ਗਾਣੇ ਕੀਤੇ ਹੋਏ ਸੀਗੇ। ਸ਼ਹਿਨਾਜ਼ ਦਾ ਮੋਸਟਲੀ ਦੂਸਰੇ ਤੀਸਰੇ ਗਾਣੇ ਤੋਂ ਸ਼ਹਿਨਾਜ਼ ਮੇਰੇ ਨਾਲ ਸੀ, ਅਸੀਂ 24-25 ਗਾਣੇ ਅਸੀਂ ਕਰ ਚੁੱਕੇ ਸੀਗੇ, ਅਤੇ ਉਦੋਂ ਉਹਨਾਂ ਦਾ ਕੋਈ ਉਹ ਫਾਈਟ ਜੀ ਵਾਲਾ ਕੋਈ ਰੌਲਾ ਚੱਲਦਾ ਸੀ, ਅਤੇ ਉਹ ਵਿੱਚ ਹਿਮਾਂਸ਼ੀ ਨਾਲ ਕੰਮ ਕਰਨਾ। ਉਦੋਂ ਸ਼ਹਿਨਾਜ਼ ਮੇਰੀ ਸਾਡੇ ਨਾਲ ਆਪਣਾ ਪਰਸਨਲ ਸਾਡਾ ਆਪਣਾ ਆਰਟਿਸਟ ਸੀਗੀ, ਅਸੀਂ ਕੰਮ ਕਰਦੇ। ਮੈਨੂੰ ਬੜੀ ਦਿੱਕਤ ਸੀ, ਮੈਂ ਕਿਹਾ ਮੈਂ ਇਹਦੀ ਫੋਟੋ ਪਾਊਂਗਾ, ਉਹਨੇ ਕੱਲ੍ਹ ਨੂੰ ਕਹਿਣਾ ਮੈਂ ਕੰਮ ਨਹੀਂ ਕਰਨਾ, ਮੈਂ ਕਿਹਾ ਮੈਂ ਇਹਦੇ ਨਾਲ ਸੈੱਟ 'ਤੇ ਗੱਲ ਕਰੂੰਗਾ, ਪਰ ਇੱਦਾਂ ਦਾ ਕੋਈ ਨਹੀਂ ਸਾਡੀ ਦਿੱਕਤ ਹੋਈ। ਅਤੇ ਹਿਮਾਂਸ਼ੀ ਨਾਲ ਬਹੁਤ ਵਧੀਆ ਕੰਮ ਲੱਗਿਆ ਉਦੋਂ ਕਰਕੇ। ਅਸੀਂ ਗਾਣਾ ਕੀਤਾ ਸੀ ਸੋਹਣੇ ਮਾਹੀ ਦਾ ਹੋਣਾ ਹੈ ਦੀਦਾਰ ਜੀ, ਸੋਹਣੇ ਮਾਹੀ ਹੋਰ ਕੀ ਮੰਗਾ ਵਾਲਾ। ਅਤੇ ਮੈਂ ਇਹ ਥੋੜ੍ਹੇ ਦਿਨ ਪਹਿਲਾਂ ਜ਼ਿਕਰ ਵੀ ਕਰ ਰਿਹਾ ਸੀ ਕਿਸੇ ਨੂੰ, ਮੈਂ ਕਿਹਾ ਉਹ ਮੈਂ ਇੰਨੀ ਕੁ ਵਧੀਆ ਕੁੜੀ ਦੇਖੀ ਸੀ ਨਾ, ਲਾਸਟ ਦੇ ਵਿੱਚ ਸੀਨ ਸ਼ੂਟ ਕਰ ਰਹੇ ਸੀਗੇ, ਪੂਰਾ ਦੁਲਹਨ ਵਾਲਾ ਵਗੈਰਾ ਬਣਾ ਕੇ ਇੱਦਾਂ। 4:30 ਵਜੇ ਦਾ ਟਾਈਮ ਹੋ ਗਿਆ ਸੀ, ਸਵੇਰ ਤੋਂ ਸ਼ੂਟ ਚੱਲ ਰਿਹਾ ਸੀ 4 ਵਜੇ ਤੋਂ, ਨੈਕਸਟ ਡੇ 4 ਵਜੇ ਦੀ। ਤੂੰ ਇੱਦਾਂ ਕਰਕੇ ਸੋਫੇ 'ਤੇ ਸੁੱਤੀ ਪਈ ਸੀ, ਮੈਂ ਇੱਕਦਮ ਗਿਆ, ਮੈਂ ਕਿਹਾ ਹਿਮਾਂਸ਼ੀ ਹਾਂਜੀ ਸਰ ਕਿੱਥੇ, ਹਾਂਜੀ ਓਕੇ ਚਲੋ ਠੀਕ। ਉਹਨੇ ਇੱਦਾਂ ਵੀ ਨਹੀਂ ਕਿਹਾ ਵੀ ਮੈਂ ਹਾਂ ਨਹੀਂ, ਉਹਨੇ ਆਪਣੇ ਕੰਮ ਲਈ ਬਹੁਤ ਵਧੀਆ ਕੰਮ ਕੀਤਾ ਉਹਦੇ ਨਾਲ जी। तो काफ़ी अच्छा एक्सपीरियंस आपका रहा उनके साथ। अच्छा, आपने अभी मेंशन किया कि कभी कभी जैसे उनको कि मुझे भी आपके साथ काम करना है या क्या, तो कभी कभी जब सेट पे कोई आपको अपना डिसीजन या आपको अपना सजेशन देता है जी कि ऐसे या इस मतलब सिंगर्स यूजुअली कि ऐसे कर लेते हैं ऐसे, तो उसको आप कैसे बैलेंस करते हैं? क्योंकि आपके माइंड में आपका कॉन्सेप्ट होता है, लेकिन उनको चाहिए कि ऐसा नहीं होना चाहिए।
ਨਹੀਂ ਜੇ ਤਾਂ ਚੀਜ਼ ਚੰਗੀ ਲੱਗੇ ਜੀ, ਕਈ ਵਾਰੀ ਐ ਨਹੀਂ ਹੁੰਦਾ ਵੀ ਹਰ ਵਾਰੀ ਮੈਂ ਹੀ ਸਹੀ ਹਾਂ। ਕਈ ਵਾਰੀ ਜੇ ਕੋਈ ਐਡਵਾਈਸ ਦਿੰਦਾ ਜਾਂ ਚੰਗਾ ਲੱਗਦਾ, ਕਈ ਵਾਰੀ ਸਾਡੇ ਤੋਂ ਮਿਸਟੇਕ ਹੋ ਜਾਂਦੀ ਹੈ ਕੋਈ, ਕਿਉਂਕਿ ਸ਼ੂਟ ਜਦੋਂ ਕਰਦੇ ਹਾਂ ਤਾਂ ਬਹੁਤ ਹੌਚ-ਪੌਚ ਹੋ ਜਾਂਦਾ ਟਾਈਮ, ਕਰਾਊਡ ਵਾਲਾ ਗਾਣਾ ਹੋਵੇ ਜਾਂ ਕੁਛ ਵੀ ਹੋਵੇ, ਤਾਂ ਇਹਨਾਂ ਚੀਜ਼ਾਂ ਜੇ ਤਾਂ ਚੰਗੀ ਲੱਗਦੀ ਹੈ ਚੀਜ਼ ਤਾਂ ਆਪਾਂ ਐਕਸੈਪਟ ਕਰ ਲਈਦੀ ਆ, ਨਹੀਂ ਚੰਗੀ ਲੱਗਦੀ ਤਾਂ ਉਹਨੂੰ ਸਾਈਡ 'ਤੇ ਰੱਖ ਫਿਰ ਅਗਲੇ ਨੂੰ ਦੱਸ ਦਈਦਾ ਵੀ ਇਹਦੇ 'ਚ ਆਹ ਟੈਕਨੀਕਲ ਪ੍ਰੋਬਲਮ, ਇਸ ਕਰਕੇ ਆਹ ਚੀਜ਼ ਨਹੀਂ ਕਰ ਸਕਦੇ। ਬਹੁਤ ਜ਼ਿਆਦਾ ਕੋਈ ਪ੍ਰੋਬਲਮ ਹੋਵੇ, ਬੰਦਾ ਨਹੀਂ ਮੰਨਦਾ, ਕਹੀ ਜਾਵੇ ਕੁਛ ਕਰੀ ਜਾਵੇ, ਫਿਰ ਆਪਾਂ ਕੁਛ ਨਹੀਂ, ਫਿਰ ਬੰਦੇ ਨੂੰ ਕਹੀਦਾ ਵੀ ਆਪਦੇ ਘਰੇ जाओ बैकअप। अच्छा, आपने अपना पिक्चर हाउस स्टूडियोज़ भी शुरू किया, तो उसके उस टाइम पे किसने ज़्यादा सपोर्ट किया और कैसे ये माइंड में आया कि मैं अपना एक स्टूडियो खोलना चाहता हूँ? पिक्चर हाउस स्टूडियो जी बेसिकली एक नाम है मेरी प्रोडक्शन हाउस टीम का। एक प्रोडक्शन हाउस मेरी पहला था वीडियो वायरस, बट वो यानी कि ਅਸੀਂ ਇੰਨੇ ਵੱਡੇ ਲੈਵਲ ਤੇ ਨਹੀਂ ਲੈ ਕੇ ਆ ਰਹੇ ਸੀਗੇ, ਤੇ ਇੱਕ ਨਵਾਂ ਨਾਮ ਪਿਕਚਰ ਹਾਊਸ ਸਟੂਡੀਓ, ਕਿਉਂਕਿ ਮੇਰੇ ਕੁਝ ਪ੍ਰੋਡਿਊਸਰ ਸੀਗੇ ਤੇ ਉਹ ਕਹਿੰਦੇ ਵੀ ਤੈਨੂੰ ਇੱਕ ਨਵਾਂ ਨਾਮ ਚਾਹੀਦਾ, ਬਿਕੋਜ਼ ਵੀ ਕਈ ਜਿਹੜੇ ਯੰਗਸਟਰ ਆਉਂਦੇ ਨੇ ਜੋ ਕਹਿੰਦੇ ਸੀ ਪੁਰਾਣੇ ਡਾਇਰੈਕਟਰ ਨਾਲ ਕੰਮ ਨਹੀਂ ਕਰਨਾ, ਬਹੁਤ ਪੁਰਾਣੇ ਹੋ ਗਏ, ਉਹਨਾਂ ਨੂੰ ਇੱਦਾਂ ਦਾ ਬੰਦੇ, ਚਲੋ ਗਾਣੇ ਆਪਣੇ ਅੱਜ ਵੀ ਚੱਲਦੇ ਨੇ, ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਇੱਕ ਨਵਾਂ ਨਾਮ, ਤੇ ਮੈਂ ਜਿਹੜੀ ਮੇਰੀ ਅੱਗੇ ਆਉਣ ਵਾਲੀ ਮੂਵੀਜ਼ ਹੈ ਤੇ ਉਹਨਾਂ ਲਈ ਮੈਨੂੰ ਇੱਕ ਨਾਮ ਦੀ ਜ਼ਰੂਰਤ ਸੀ। ਤੇ ਇੱਕ ਪਿਕਚਰ ਹਾਊਸ ਸਟੂਡੀਓ ਇੱਕ ਇੱਦਾਂ ਦਾ ਬੈਨਰ ਹੈ ਜਿਹਦੇ ਵਿੱਚ ਮੈਂ ਹੀ ਡਾਇਰੈਕਟਰ ਨਹੀਂ ਹਾਂ, ਜੇ ਕੋਈ ਹੋਰ ਵੀ ਜਿਵੇਂ ਕਿ ਮੇਰੀ ਟੀਮ ਦੇ ਵਿੱਚ ਮੇਰੇ ਅਸਿਸਟੈਂਟ ਨੇ ਜੋ ਵੀ ਕੋਈ ਗਾਣਾ ਕਰਦੇ ਆ ਤੇ ਉਹ ਵੀ ਡਾਇਰੈਕਟਰ ਕਰ ਸਕਦੇ ਨੇ, ਨਾਮ ਇੱਕ ਲੋਗੋ ਪਿਕਚਰ ਹਾਊਸ ਸਟੂਡੀਓ ਹੀ ਰਹੇਗਾ। ਤਾਂ ਉਹਨੂੰ ਅਸੀਂ ਬ੍ਰਾਂਡ ਇੱਕ ਬਣਾ ਕੇ ਅਜੇ ਸਟਾर्ट ही किया है, तो उन्होंने लैके आवांगे वधिया तरीके नाल। आपको बेस्ट विशेस। जैसे आपने कहा कि कुछ लोग कहते हैं कि पुराने डायरेक्टर के साथ काम नहीं करना, तो आपका कैसा एक्सपीरियंस रहा है? क्योंकि आपने कुछ एक्सपीरियंस्ड एक्टर्स के साथ भी काम किया, जैसे निंजा सर हो गए, लेकिन कुछ न्यू कमर्स के साथ भी। सिंगर्स जी, तो कैसा ये एक्सपीरियंस रहा? मैं जी एक्सपीरियंस ਆਲਮੋਸਟ ਸਾਰਿਆਂ ਨਾਲ ਗੁੱਡ ਹੀ ਹੈ। ਮੈਂ ਐਕਚੁਅਲੀ ਮੋਸਟਲੀ ਜਿੰਨੇ ਪੰਜਾਬੀ ਸੀਨੀਅਰ ਕਲਾਕਾਰ ਨੇ ਉਹਨਾਂ ਨਾਲ ਤਾਂ ਮੈਂ ਕੰਮ ਕਰ ਹੀ ਚੁੱਕਿਆ, ਜਿਵੇਂ ਲਾ ਲਓ ਜਿਨ੍ਹਾਂ ਦੇ ਵਿੱਚ ਗੁਰਕਿਰਪਾਲ ਸੁਰਾਪੁਰੀ, ਮਲਕੀਤ ਸਿੰਘ, ਮਨਮੋਹਨ ਵਾਰਿਸ, ਪ੍ਰੀਤ ਹਰਪਾਲ, ਹਨੀ ਸਿੰਘ, ਹਨੀ ਸਿੰਘ ਹੋ ਗਿਆ, ਸੁਖਸ਼ਿੰਦਰ ਸਿੰਧਾ ਭਾਜੀ ਹੋ ਗਏ, ਮਾਨਕੀ, ਕਿਸੇ ਜਿੰਨੇ ਪੁਰਾਣੇ ਨਾਮ ਨੇ, ਫਿਰੋਜ਼ ਖਾਨ ਭਾਜੀ, ਹਰ ਬੰਦੇ ਨਾਲ ਮੈਂ ਕੰਮ ਕੀਤਾ ਹੈਗਾ ਆ। ਤੇ ਉਹਨਾਂ ਤੋਂ ਬਾਅਦ 'ਚ ਨਿਊ ਯੰਗਸਟਰ ਨਿੰਜਾ ਨਾਲ, AK, ਪ੍ਰਦੀਪ ਸਰਾਂਵੀਤ, ਬਲਜੀਤ, ਜਿੰਨੇ ਵੀ ਅੱਜ ਦੇ ਸਟਾਰ ਨੇ, ਦੀਪੰਗੂ, ਸੁਲਤਾਨ ਸਿੰਘ, ਗਗਨ ਸਿੱਧੂ, ਜਿੰਨੇ ਵੀ ਅੱਜ ਮੁੰਡੇ ਚੱਲਦੇ ਨੇ, ਹੈ ਨਾ, ਤੇ ਮੈਂ ਸਭ ਨਾਲ ਹੀ ਮੋਸਟਲੀ ਕੰਮ ਕੀਤਾ। ਜਿਵੇਂ ਹੁਣ ਰੀਸੈਂਟ ਉਹ ਸਾਡੇ ਨਾਲ ਤੋਂ ਅੱਜ ਤੱਕ ਚੱਲਦੇ ਨੇ ਬਲਰਾਜ ਵੀਰ ਜੀ, ਉਹਨਾਂ ਨਾਲ ਅੱਜ ਵੀ ਅਸੀਂ ਗਾਣੇ ਕਰ ਰਹੇ ਹਾਂ, ਮੇਰੇ ਬਲਰਾਜ ਦੇ ਗਾਣੇ ਚੱਲ ਰਹੇ ਨੇ, ਹੈ ਨਾ, ਤੇ ਸਭ ਦਾ ਐਕਸਪੀਰੀਅੰਸ ਅਲੱਗ-ਅਲੱਗ ਹੈ, ਪਰ ਕਦੀ ਸੈੱਟ ਦੇ ਉੱਤੇ ਕਦੀ ਇੱਦਾਂ ਦੀ ਪ੍ਰੋਬਲਮ ਆਈ ਨਹੀਂ, ਸਭ ਨਾਲ ਪਿਆਰ ਨਾਲ, ਕਿਉਂਕਿ ਮੈਂ ਨਾ, ਮੇਰੀ ਆਦਤ ਆ, ਜੇ ਕੋਈ ਨਵਾਂ ਬੰਦਾ ਹੈ ਜਾਂ ਕੋਈ ਵੀ ਹੈਗਾ, ਜਿਵੇਂ ਮੈਂ ਆਰਟਿਸਟ ਨੂੰ ਪਹਿਲਾਂ 3-4 ਦਿਨ ਮਿਲਦਾ ਰਹਿੰਦੇ ਹਾਂ ਅਸੀਂ, 3-4 ਦਿਨ ਮਿਲ ਕੇ ਉਹਨੂੰ ਕੰਫਰਟੇਬਲ ਜ਼ੋਨ 'ਚ ਪਹਿਲਾਂ ਲੈ ਰਿਹਾ, ਕੋਈ ਫਰੈਂਡ ਸਰਕਲ ਦੇ ਵਿੱਚ ਨਹੀਂ ਜੀ ਇੱਦਾਂ ਠੀਕ ਹੈ, ਰਿਹਰਸਲ ਕਰਵਾਉਣੀ, ਸਾਰਾ ਕੁਝ ਕਰਨਾ, ਫਿਰ ਉਹ ਇੱਕ ਕੰਫਰਟੇਬਲ ਜ਼ੋਨ 'ਚ ਆ ਜਾਂਦੇ ਵੀ ਜਦੋਂ ਸੈੱਟ, ਹਾਂਜੀ ਫਰੈਂਡਲੀ ਹੋ ਕੇ ਸੈੱਟ ਦੇ ਉੱਤੇ ਫਿਰ ਆਪਾਂ ਇੱਦਾਂ ਰਹਿੰਦੇ ਹਾਂ ਜਿਵੇਂ ਬਾਈ ਮੈਂ ਡਾਇਰੈਕਟਰ ਹੀ ਸਮਝ ਲਾ, ਤੂੰ ਹੀ ਡਾਇਰੈਕਟਰ, ਆਪਾਂ ਇਕੱਠੇ ਹੋ ਕੇ ਕੰਮ ਕਰਦੇ ਰਹਿੰਦੇ हैं। वाह, बहुत अच्छी बात है। अच्छा, आप टर्की, इस्तांबुल टूर पे गए और इंग्लैंड भी आप घूमे हैं, तो जब हम बाहर किसी कंट्री में जाते हैं कुछ इंसिडेंट्स ऐसे होते हैं, आपके साथ कोई फ़नी इंसिडेंट हुआ बाहर? मैं जी फनी तो बहुत घट ने, फनी नहीं वैसे मुझे याद कोई ऐसा जो हाईलाइट हो गया हो कि हमेशा याद आती है ये मेमोरी? हाँ जी, एक लास्ट फस्ट टाइम ਜਦੋਂ UK ਗਏ ਸੀਗੇ ਅਸੀਂ, ਜਿਹੜੇ ਹੋਟਲ ਦੇ ਵਿੱਚ ਸਟੇ ਕਰ ਰਹੇ ਸੀ, ਤੇ ਉੱਥੇ ਨਾ ਨੀਚੇ ਉਦੋਂ ਇੰਗਲਿਸ਼ ਇੰਨੀ ਜ਼ਿਆਦਾ ਨਹੀਂ ਸਾਡੀ ਹਾਈ ਹੈਗੀ ਸੀਗੀ, ਤੇ ਉਹਦੇ ਪਤਾ ਨਹੀਂ ਕਿਹੜੀ ਕੋਈ ਚੀਜ਼ ਚਾਹੀਦੀ ਸੀ, ਤੇ ਮੈਂ ਉਹਨੂੰ ਇੰਗਲਿਸ਼ ਦੇ ਵਿੱਚ ਸਮਝਾਈ ਗਿਆ ਬੰਦੇ ਨੂੰ, ਮੇਰੀ ਸ਼ਕਲ ਦੇਖੀ ਗਿਆ, ਉਹ ਗੰਜਾ ਜਿਹਾ ਬੰਦਾ ਸੀ, ਪੂਰਾ ਗੋਰਾ ਲੱਗਦਾ ਸੀ, ਹੈ ਨਾ, ਜਿੰਨੀ ਕੁ ਸਾਨੂੰ ਸੀਗਾ, ਅਸੀਂ ਪਹਿਲੀ ਵਾਰੀ ਜਿੰਨਾ ਕਰੀ ਸੀ ਅਸੀਂ ਉਹਨੂੰ ਸਮਝਾਈ ਗਏ ਵੀ ਆਹ ਚੀਜ਼ ਚਾਹੀਦੀ, ਪਤਾ ਨਹੀਂ ਕੋਈ ਚੀਜ਼ ਮੰਗ ਰਹੇ ਸੀ, ਹੈਂ, ਤੇ ਜਦੋਂ ਮੈਂ ਸਾਰਾ ਗੱਲ ਦੱਸਦੀ, ਉਹ ਮੇਰੀ ਸ਼ਕਲ ਦੇਖਿਆ, ਮੈਂ ਕਿਹਾ ਕੀ ਗੱਲ ਹੋ ਗਈ, ਦੇਖੀ ਪਤਾ ਨਹੀਂ ਕਿਉਂ ਜਾਂਦਾ, ਉਹਨੂੰ ਕਹਿੰਦਾ ਮੁੱਕ ਗਈ। ਅੱਛਾ, ਮੈਂ ਕਿਹਾ ਪੰਜਾਬੀ ਹੈ ਬਾਈ, ਕਹਿੰਦਾ ਹਾਂ ਯਾਰ ਮੈਂ ਪੰਜਾਬੀ ਹਾਂ, ਮੈਂ ਕਿਹਾ ਉਹੀ ਇੰਗਲਿਸ਼ ਮਾਰੀ ਜਾਂਦਾ, ਇੰਨਾ ਟਾਈਮ ਹੋ ਗਿਆ, ਪਹਿਲੇ ਹੀ ਬਤਾ ਦਿੱਤੇ, ਇਤਨੀ ਆਪਨੇ ਮਿਹਨਤ ਕੀਤੀ। ਉਹ ਮੈਨੂੰ ਇੰਨਾ ਯਾਦ ਆਉਂਦਾ ਨਾ ਜਦੋਂ ਅਸੀਂ ਉਹ ਬੰਦੇ ਨੇ, ਮੈਨੂੰ ਅੱਜ ਵੀ ਸ਼ਕਲ ਯਾਦ ਆਉਂਦੀ ਉਹਦੀ। ओके ओके, तो उनको ऑलरेडी पंजाबी आती थी, वो पंजाबी सीगा, शक्ल तो गोरा लगता जी। एक और आपकी वीडियो है गंगा जल की, अभी कुछ टाइम पहले ही गाना आया है, क्रॉस 20 मिलियन प्लस व्यूज, बहुत अच्छे से शूट एंड कॉन्सेप्ट भी जी, तो कॉन्सेप्ट भी बहुत अच्छा है उसका। तो ये इसका एक्सपीरियंस इसका एक्सपीरियंस कैसा रहा, और इसके साथ साथ जो आइडियाज़ आते हैं जब भी आप कोई ऑडियो सुनते हैं तो उसका एक ऑलरेडी कॉन्सेप्ट दिमाग में बनना शुरू हो जाता है, तो वो आइडियाज़ कभी ऐसा होता है कि यू रन आउट ऑफ आइडियाज़?
ਹਾਂਜੀ ਮੇਰੇ ਆਈਡੀਆ ਚੱਲਦੇ ਰਹਿੰਦੇ। ਮੇਰਾ ਐਕਚੁਅਲੀ ਪ੍ਰੋਬਲਮ ਹੈ ਮੇਰੀ ਸ਼ੂਟ ਜਦੋਂ ਜਿਵੇਂ ਮੇਰਾ ਅੱਜ ਜਿਵੇਂ ਸਵੇਰੇ ਕਾਲ ਟਾਈਮ 5 ਵਜੇ ਦਾ ਮੈਨੂੰ ਸਵੇਰੇ 4 ਵਜੇ ਤੱਕ ਆਈਡੀਆ ਹੀ ਚੱਲਦੇ ਰਹਿੰਦੇ ਨੇ। ਮੈਂ ਰਾਈਟ ਨਾ ਵੀ ਚੇਂਜ ਕਰ ਲੈਣਾ ਕੁਛ ਨਾ ਕੁਛ। ਨਹੀਂ ਮੈਂ ਟੀਮ ਨੂੰ ਮੈਂ ਸਵੇਰੇ ਉਠਾ ਕੇ ਨਹੀਂ ਯਾਰ ਇਦਾਂ ਜੇ ਆਪਾਂ ਕਰ ਲਈ ਯਾਰ, ਕਈ ਵਾਰੀ ਮੈਨੂੰ ਹੋ ਜਾਂਦਾ ਮੈਂ ਵਾਈਫ ਨੂੰ ਕਹਿੰਦਾ ਯਾਰ ਉਹ ਮੈਨੂੰ ਕਹਿੰਦੇ ਸਵੇਰੇ ਸਵੇਰੇ ਕੀ ਕਰਦੇ ਯਾਰ, ਇੱਕ ਮਿੰਟ ਮੈਨੂੰ ਕੋਈ ਆਈਡੀਆ। ਮੈਂ ਰਾਤੀ ਉੱਠ ਕੇ ਕਈ ਵਾਰ ਨੋਟਸ ਦੇ ਵਿੱਚ ਲਿਖ ਰਿਹਾ ਹੁੰਦਾ, ਕਈ ਵਾਰ ਨਾ ਸੁੱਤੇ ਚੱਲ ਰਹਿੰਦਾ ਨਹੀਂ ਯਾਰ ਆਹ ਚੀਜ਼ ਕਰਦੇ ਆ। ਤੇ ਉਹ ਗੰਗਾ ਜਲ ਗਾਣਾ ਗੰਗਾ ਜਲ ਸਿੰਘ ਜੀ ਤੇ ਵੀਰੇ ਨੇ ਬਹੁਤ ਵਧੀਆ ਗਾਣਾ ਲਿਖਿਆ। ਗੁਰਮਨ ਮਾਨ ਵੀਰੇ ਦਾ ਗਾਣਾ ਗਾਇਆ, ਬਹੁਤ ਹੀ ਵਧੀਆ ਗਾਣਾ, ਜੀਗੁਰੀ ਵੀਰੇ ਦਾ ਮਿਊਜ਼ਿਕ ਆ। ਅਤੇ ਉਹ ਜਦੋਂ ਗਾਣਾ ਮੈਨੂੰ ਉਹਨਾਂ ਨੇ ਸੁਣਾਇਆ ਸੀ, ਉਸ ਤੋਂ ਪਹਿਲਾਂ ਵੀ ਸਿੰਗਰ ਦੇ ਗਾਣੇ ਆਏ ਸੀ। ਮੈਂ ਇੱਕ ਚੂਜ਼ ਕਰਕੇ ਅਸੀਂ ਕਾਰਡੀਓ ਲਿਆ ਸੀ ਗੰਗਾ ਜਲ, ਅਤੇ ਉਹਨੂੰ ਨਿਭਾਉਣਾ ਬੜਾ ਡਿਫਰੈਂਟ ਕੌਨਸੈਪਟ ਸੀ ਵੀ ਗੰਗਾ ਜਲ ਕੀ ਗੱਲ ਹੋ ਸਕਦੀ ਹੈ ਵੀ ਜਿਹੜੇ ਹਿਸਾਬ ਨਾਲ ਮਾਰ ਕੇ ਗਈਆਂ ਯਾਰ ਗਰੀਬਾਂ ਨੂੰ, ਜਾਂ ਗੰਗਾ ਜਲ ਵਿੱਚ ਨਹਾ ਕੇ ਵੀ ਇੱਕ ਥੀਮ ਕਿੱਦਾਂ ਦਾ ਹੋਊਗਾ। ਤਾਂ ਫਿਰ ਮੈਂ ਵੀਡੀਓ ਦਾ ਕਨਸੈਪਟ ਇਦਾਂ ਨਾ ਬਣਾਇਆ, ਉਹ 'ਚ 2-3 ਕਲਾਈਮੈਕਸ ਨੇ। ਬੰਦੇ ਨੂੰ ਪਹਿਲਾਂ ਲੱਗਦਾ ਉਹ ਕੁੜੀ ਨੂੰ ਫੜ ਲਿਆ ਜੀ ਕਲਾਈਮੈਕਸ ਹੋ ਗਿਆ, ਫਿਰ ਉਹ ਲੱਗਦਾ ਜੀ ਉਹਨੂੰ ਇਦਾਂ ਪਤਾ ਲੱਗ ਗਿਆ ਕਲਾਈਮੈਕਸ ਹੋ ਗਿਆ, ਫਿਰ ਇਦਾਂ ਲੱਗਦਾ ਐਂਡ ਦੇ ਵਿੱਚ ਦੇਖ ਲਿਆ ਕਲਾਈਮੈਕਸ, ਪਰ ਕਲਾਈਮੈਕਸ ਬਿਲਕੁਲ ਐਂਡ ਦੇ ਵਿੱਚ ਕੁਝ ਗੋਲੀ ਮਾਰਤੇ हैं। ਹਾਂ ਉਹ ਐਂਡ ਦੇ ਵਿੱਚ ਕਲਾਈਮੈਕਸ ਤੇ ਕਲਾਈਮੈਕਸ ਖੇਲਿਆ ਹੋਇਆ ਗਾਣੇ ਨੇ, ਤੇ ਬਹੁਤ ਲੋਕਾਂ ਨੇ ਪਿਆਰ ਦਿੱਤਾ ਜੀ ਗਾਣਾ। जी, तो आपने डायरेक्ट करने के साथ साथ वीडियोस प्रोड्यूस भी की हैं। हाँ जी। उसका एक्सपीरियंस कैसा रहा? क्योंकि एक प्रेशर होता है माइंड में, वो एक बहुत ऐसा डिसीजन भी है। ਪ੍ਰੋਡਿਊਸ ਜੀ ਮੋਸਟਲੀ ਜਿੰਨੇ ਮੇਰੇ ਆਪਣੇ ਸਿੰਗਰ ਨੇ ਉਹਨਾਂ ਦੇ ਵਿੱਚ ਮੈਂ ਪ੍ਰੋਡਿਊਸ ਹੀ ਹੁੰਦਾ ਇੱਕ ਤਰ੍ਹਾਂ ਦਾ। ਅੱਛਾ ਪ੍ਰੋਡਿਊਸ ਇੱਦਾਂ ਹੁੰਦਾ ਵੀ ਕਈ ਵਾਰੀ ਬਜਟ ਦੇ ਉੱਪਰ ਥੱਲੇ ਧਰਾ ਚੜਾਉਂਦੇ ਜਾਂ ਕੁਝ ਵੀ ਹੈ। ਜਿੰਨੇ ਮੇਰੇ ਆਪਣੇ ਸਰਕਲ ਨੇ ਜਿਨ੍ਹਾਂ ਨਾਲ ਜ਼ਿਆਦਾ ਪਿਆਰ ਆ, ਤੇ ਉਹਨਾਂ ਦੇ ਵੀਡੀਓ ਦੇ ਵਿੱਚ ਅਸੀਂ ਮੋਸਟਲੀ ਇਹ ਹੁੰਦਾ ਵੀ ਅਸੀਂ ਇੱਕ ਜੈਨੂਅਨ ਬਜਟ ਦੇ ਵਿੱਚ ਤੋੜ ਕੇ ਇਹਨੂੰ ਚੀਜ਼ ਨੂੰ ਕਿੱਦਾਂ ਬਣਾ ਸਕਦੇ ਹਾਂ। ਜੇ ਸਾਡਾ 10 ਲੱਖ ਦਾ ਬਜਟ, ਅਸੀਂ ਚੀਜ਼ ਨੂੰ 5 ਦੇ ਵਿੱਚ ਕਿਵੇਂ ਕਰਨਾ, ਤਾਂ ਸਮਝ ਲਓ ਇੱਕ ਤਰ੍ਹਾਂ 5 ਲੱਖ ਦਾ ਦਿਮਾਗ ਹੀ ਮੇਰਾ ਪ੍ਰੋਡਿਊਸ ਹੁੰਦਾ ਵੀ ਇੰਨਾ ਕੁਝ ਕੱਟ ਵੱਟ ਕਰਕੇ ਸੈਟਿੰਗ ਕਰਨੀ। ਤਾਂ ਇਹ ਇੱਦਾਂ ਦਾ ਸਿਸਟਮ ਚੱਲਦਾ ਹੀ ਰਹਿੰਦਾ है। अभी एक नया एक आपका गाना आया है जान में, आपका शूटिंग खत्म हुई है उस गाने की, और कैसा उसका एक्सपीरियंस रहा है? कब रिलीज होने वाला है गाना? अपकमिंग प्रोजेक्ट्स क्या हैं आपके? अपकमिंग बहुत ने जी, मैं कह रहा ਮੈਨੂੰ ਯਾਦ ਨਹੀਂ ਕਿਹੜੇ ਗਾਣੇ ਬਹੁਤ ਨੇ ਅਪਕਮਿੰਗ ਤਾਂ। ਜਨ ਐਕਚੁਅਲੀ ਹੁਣੇ ਜਿਹੜਾ ਗਾਣਾ ਆਏਗਾ ਰਮਨੀਕ ਦਾ ਆਏਗਾ, ਰਮਨੀਕ ਸਿਮਰਤਾ ਦੋ ਸਿਸਟਰਸ ਨੇ ਬਹੁਤ ਵਧੀਆ ਗਾਉਂਦੀਆਂ ਨੇ। ਰਮਨੀਕ ਦਾ ਸੋਲੋ ਟਰੈਕ ਆਏਗਾ, ਅਮਰ ਆਡੀਓ ਤੋਂ ਰਿਲੀਜ਼ ਹੋਣਾ, ਪਿੰਕੀ ਧਾਲੀਵਾਲ ਭਾਜੀ ਪ੍ਰੋਡਿਊਸਰ ਨੇ। ਉਹਨਾਂ ਤੋਂ ਇਲਾਵਾ ਬਲਰਾਜ ਵੀਰੇ ਦਾ ਨਵਾਂ ਗਾਣਾ ਆਉਣ ਵਾਲਾ ਜੀ, ਅਤੇ ਉਸ ਤੋਂ ਇਲਾਵਾ ਤਰਕ ਦਾ ਆਉਣਾ ਹੈ। ਗਾਣੇ ਯਾਦ ਹੀ ਨਹੀਂ ਹੈਗੇ ਕਿਹਦੇ ਆਉਣ ਵਾਲੇ। ਜੱਸੀ ਸ਼ੋਕਰ ਦੇ ਗਾਣੇ ਆਉਣ ਵਾਲੇ, ਜੱਸੀ ਸ਼ੋਕਰ ਦੀ ਪੂਰੀ, ਹਾਂ ਜੱਸੀ ਸ਼ੋਕਰ ਵੀ ਜਾਨ ਮੇਂ ਕੰਪਲੀਟ ਹੋਇਆ ਹੈ। ਜੱਸੀ ਸ਼ੋਕਰ ਦਾ ਰਿਲੀਜ਼ ਹੋਣ ਵਾਲਾ ਹੈ, ਤੇ ਉਹਦੇ ਵਿੱਚ ਫੀਚਰ ਕੀਤਾ ਹੀਰ ਚੋਪੜਾ ਨੇ, ਜਿਨ੍ਹਾਂ ਨੇ ਨਾਗਿਨ ਫੇਮ ਦੇ ਤਨਾਲੀ ਰਾਮਾ ਸੀਰੀਅਲ ਉਹਨਾਂ ਦੇ ਫੇਮ ਸੀਗੇ, ਤੇ ਹਾਂਜੀ ਉਹਨਾਂ ਨੇ ਕੀਤਾ। ਤੇ ਹੁਣ ਵੀ 2-3 ਦਿਨ ਬਾਅਦ ਸ਼ੂਟ ਨੇ ਜਿਹੜੇ, ਉਹ ਵੀ ਬੰਬੇ ਦੇ ਆਰਟਿਸਟ ਨੇ ਤੇ ਸਿੰਗਰ ਆਪਣੇ, ਤੇ ਉਹਨਾਂ ਦੇ ਕਾਫੀ ਅੱਛੇ ਪਲੇਬੈਕ ਸੌਂਗ ਚੱਲਦੇ ਨੇ। ਦਿਵਿਆ ਭੱਟ ਜਿਨ੍ਹਾਂ ਨੇ ਗਾਣੇ ਗਾਏ ਨੇ, ਜੇ ਮੈਂ ਨਹੀਂ ਕੌਣ ਹੋਏਗਾ ਜੇ मैं नहीं थे, हाँ, तो वो वाले गाने जिन्हों दे उन्हों दा शूट कर रहे हैं जी। अच्छा, आपने एक इंटरव्यू में कहा था कि गुरदास मान साहब के साथ आप काम करना चाहते हैं, तो और कोई सेलिब्रिटीज़ हैं अभी लिस्ट में? ਸੈਲੀਬ੍ਰਿਟੀ ਜਿਹੜੇ ਸਟਾਰਟਿੰਗ 'ਚ ਸੀਗਾ ਜੀ ਉਹੀ ਸੀ। ਉਹਨਾਂ ਨਾਲ ਚਲੋ ਹਾਂ ਵਧੀਆ ਸੀ। ਉਹਨਾਂ ਦਾ ਹੁਣ ਉਹਨਾਂ ਨੇ ਗਾਣੇ ਵੀ ਬੰਦ ਕਰਤੇ ਹੈ ਨਾ, ਚਲੋ ਬਹੁਤ ਘਟਾਤ, ਬਿਲਕੁਲ ਬੰਦ ਹੀ ਕਰਤੇ। ਉਹਨਾਂ ਦਾ ਆਪਦਾ ਬੇਟਾ ਡਾਇਰੈਕਟਰ ਹੈ ਜੀ। ਅਤੇ ਉਸ ਤੋਂ ਬਾਅਦ ਜਿਵੇਂ ਜੈਜ਼ੀ ਬਾਈ ਦਾ ਸੀਗਾ, ਜੈਜ਼ੀ ਬਾਈ ਦਾ ਚਲੋ ਸ਼ੁਰੂ ਤੋਂ ਮੈਂ ਉਸਤਾਦ ਹੀ ਕਹਿੰਦੇ ਵੀ ਉਹਨਾਂ ਨਾਲ ਤਾਂ ਇੰਨਾ ਪਿਆਰ, ਹਜੇ ਤੱਕ ਐਕਸਪੀਰੀਅੰਸ ਇਕੱਠੇ ਕੰਮ ਨਹੀਂ ਕੀਤਾ ਹੈਗਾ, ਜ਼ਰੂਰ ਕਰਾਂਗੇ। ਬਾਕੀ ਤਾਂ ਕਰੀ ਜਾਂਦੇ ਜੀ, ਹੁਣ ਤਾਂ ਸਾਰਿਆਂ ਨਾਲ ਮੋਸਟਲੀ ਕਰ ਹੀ ਲਿੱਤਾ, ਚੰਗਾ ਲੱਗਦਾ ਹੈਗਾ ਹਰ ਬੰਦੇ ਨਾਲ ਕਰਕੇ, ਕਿਉਂਕਿ ਆਪ ਦਾ ਸਰਕਲ ਹੀ, ਟੀਮ ਹੀ, ਦੋਸਤ ਸਰਕਲ ਹੀ ਇੰਨਾ ਬਣ ਗਿਆ, ਫਰੈਂਡ ਸਰਕਲ ਹੀ ਇੰਨਾ, ਤਾਂ ਫਿਰ ਕਰੀ ਜਾਈਦਾ। ਯਾਨੀ ਕਿ ਫਰੈਂਡ ਸਰਕਲ ਦੇ ਵਿੱਚ ਇੱਦਾਂ ਨਹੀਂ ਹੈਗਾ ਵੀ ਮੈਂ ਕੰਮ ਕਰਨਾ ਬਈ ਮੇਰੇ ਤੋਂ ਕਰਾਂ, ਨਹੀਂ ਚੰਗਾ लगता करो, नहीं चंगा लगता अपनी दोस्ती अपनी जगह जी। बहुत अच्छी बात आपने कही। अच्छा, एक रैपिड फायर है हमारे पास आपके लिए, बहुत इंटरेस्टिंग सा। ये आपने कुछ गाने डायरेक्ट किए हैं, इनकी वीडियोस, तो ये मैं आधा लाइन बोलूँगी, आपको उसके आगे की लाइन बदलनी है, इसकी चेंज करनी है। मैंने देखा आपको अक्सर आपके जो आपने डायरेक्ट किए होते हैं गाने याद रहते हैं तो उसके आगे की लाइन आपको चेंज करनी है, कोशिश कर लेंगे जी बिल्कुल। पहला निंजा सर के साथ आपका ये गाना था, जट्टा दा पुत साऊ हो गया, सोने माही दा होया दीदार, ਹੁਣ ਤਾਂ ਮੈਂ ਤੇ ਤੋਂ ਵਾਰ-ਵਾਰ ਕਿਆ ਕਹਿੰਦੇ ਹਾਰ ਮੰਗਾ, ਜਿਹੜੇ ਹਿਸਾਬ ਨਾਲ ਮਾਰ ਕੇ ਗਈ ਹੈ ਯਾਰ ਗਰੀਬਾਂ ਨੂੰ, ਜਿਹੜੇ ਹਿਸਾਬ ਨਾਲ ਮਾਰ ਕੇ ਗਈਆਂ ਯਾਰ ਗਰੀਬਾਂ ਨੂੰ, ਚੱਲ ਕੋਈ ਨਾ ਫਿਰ ਕੀ ਆ, ਕੋਈ ਹੋਰ ਵੀ ਮਾਰ ਜੂ। ਮੈਂ ਕੱਲੀ ਬਹਿ ਕੇ, ਮੈਨੂੰ ਗਾਣੇ ਨਹੀਂ ਚੇਤੇ ਜੀ ਕਿਹਦਾ, कुर्ता गाना है ये आपका। अच्छा, मैं कल्ली बैके, अच्छा तेरा सुने रोन लग पई। हाँ, मैं कल्ली बैके, मैं कल्ली बैके गाने लग पई। गाना भी गाते हो आप? नहीं जी बाथरूम सिंगर। ओके। हो रात कीता तेनू याद लेट नाइट गोरीए, हो गए कैम गोरीए।
वाह नाइस, आपने बड़ी जल्दी जल्दी और बड़े अच्छे अच्छे से जवाब दिए। अच्छा, कोई मैसेज आप प्यारा सा देना चाहोगे व्यूअर्स को? ਮੈਸੇਜ ਤਾਂ ਬਸ ਇਹੀ ਹੈ ਜੀ, ਵੈਸੇ ਤਾਂ ਮੈਸੇਜ ਦੇਣ ਦਾ ਚਲੋ ਆਪਾਂ ਕਹਿੰਦੇ ਨਹੀਂ ਸੀ ਮੈਸੇਜ ਦੇਣ ਦੇ ਕਾਬਿਲ ਹਾਂ ਹਜੇ ਤੱਕ, ਕਿਉਂਕਿ ਇਨਸਾਨ ਸਾਰੀ ਉਮਰ ਸਿੱਖਦਾ ਹੀ ਰਹਿੰਦਾ, जी। ਸਿੱਖਦੇ ਰਹੋ। जो अपकमिंग डायरेक्टर्स होने वाले हैं या जो सोचते हैं इस जी, फील्ड जी। में आने के लिए, जी। उनको कुछ टिप्स आप देना चाहो? ਜੀ ਉਹਨਾਂ ਨੂੰ ਇਹੀ ਇੱਕੋ ਗੱਲ ਹੈ ਵੀ ਸਿੱਖ ਕੇ ਆਓ, ਸਭ ਤੋਂ ਪਹਿਲਾਂ ਜ਼ਰੂਰੀ ਹੈ ਸਿੱਖ ਕੇ ਆਉਣਾ। जी ਅੱਜ ਕੱਲ੍ਹ ਲੋਕੀ ਕੀ ਕਰਦੇ ਨੇ, ਇਹ ਨਵੇਂ ਮੁੰਡੇ ਜਾਂ ਕੋਈ ਵੀ ਆ ਜਾਂਦਾ, ਉਹਨਾਂ ਨੂੰ ਲੱਗਦਾ ਇੱਕ ਇੰਡਸਟਰੀ ਦਾ ਕੋਰੀਓਗ੍ਰਾਫਰ ਲੈ ਲਓ, ਇੱਕ DOP ਲੈ ਲਓ, ਇੱਕ ਉਹ ਲੈ ਲਓ, ਚਲੋ ਜੀ ਗਾਣਾ ਬਣ ਗਿਆ, ਗਾਣਾ ਬਣ ਵੀ ਜਾਂਦਾ, ਸਾਰਾ ਕੁਝ ਹੁੰਦਾ, ਪਰ ਉਹਨਾਂ ਵਿੱਚ ਉਹਨਾਂ ਦਾ ਆਪਣਾ ਐਕਸਪੀਰੀਅੰਸ ਕੁਝ ਨਹੀਂ ਹੁੰਦਾ। ਇਸ ਲਈ ਪਹਿਲਾਂ ਸਿੱਖ ਕੇ ਆਓ, ਜਿੰਨਾ ਤੁਹਾਡਾ ਸਿੱਖਿਆ ਹੋਊਗਾ ਉਹਨਾਂ ਜ਼ਿਆਦਾ ਚੰਗਾ ਹੈ, ਕਿਉਂਕਿ ਤੁਸੀਂ ਆਪ ਸਿੱਖਿਆ ਹੋਊਗਾ ਤੁਹਾਨੂੰ ਕੱਲ੍ਹ ਨੂੰ ਕੱਲੀ ਚੀਜ਼ ਦੀ ਪ੍ਰਾਈਸ ਵੀ ਪਤਾ ਹੋਗੀ। ਨਹੀਂ ਅਦਰਵਾਈਜ਼ ਤੁਸੀਂ ਕਿਸੇ ਤੇ ਫੇਥ ਕਰੋਗੇ, ਤੁਸੀਂ ਜਾ ਕੇ ਅਗਲੇ ਨੂੰ ਕਹਿ ਦੋਗੇ ਹਾਂਜੀ ਆਹ ਠੀਕ ਹੈ ਜੀ, ਸਾਡੀ ਆਹ ਚੀਜ਼ ਕਰ ਦਿਓ ਜੀ, ਸਾਡੇ ਕੋਲ ਇੰਨੇ ਪੈਸੇ ਨੇ, ਅਗਲਾ ਤੁਹਾਨੂੰ ਕੁਝ ਵੀ ਲੁੱਟ ਲੂਗਾ ਜਾਂ ਕੁਝ ਵੀ। ਨਾਲੇ ਐਕਸਪੀਰੀਅੰਸ ਉਦੋਂ ਮਜ਼ਾ ਆਉਂਦਾ ਜਦੋਂ ਤੁਸੀਂ ਡਾਇਰੈਕਟਰ ਮੀਨ ਤੁਹਾਡੀ ਆਪ ਦਾ ਵਿਜ਼ਨ ਹੋਵੇ। ਕਿਸੇ ਦਾ ਵਿਜ਼ਨ ਹੈ ਫਿਰ ਤਾਂ ਕੋਈ ਫਾਇਦਾ ਨਹੀਂ ਨਾ ਹੈਗਾ, ਤੁਸੀਂ ਆਪਣਾ ਵਿਜ਼ਨ ਬਸ ਸਿੱਖ ਕੇ ਆਓ ਜੋ ਵੀ ਹੈਗਾ। ਔਰ ਸਭ ਤੋਂ ਵਧੀਆ ਗੱਲ ਹੈ ਸਾਫ਼ ਸੁਥਰਾ ਕੰਮ ਕਰੋ। ਔਰ ਜਿਹੜੇ ਇਹ ਵੈਸੇ ਗਾਣੇ ਬਹੁਤ ਚੱਲਦੇ ਨੇ ਸਾਡੇ ਤੇ, ਲੜਾਈ ਝਗੜੇ ਵਾਲੇ ਗਾਣਿਆਂ ਨੂੰ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ, ਵੀ ਉਹਨਾਂ ਤੋਂ ਦੂਰ ਹੀ ਰਹੋ ਤਾਂ ਜ਼ਿਆਦਾ ਵਧੀਆ ਗੱਲ ਆ, ਕਿਉਂਕਿ ਪੰਜਾਬੀ ਕਲਚਰ ਦਿਮਾਗ ਜ਼ਰੂਰ ਗਰਮ ਹੁੰਦਾ, ਪਰ ਪੰਜਾਬੀ ਕਲਚਰ ਦੀ ਇੱਕ ਆਪਣੀ ਪਹਿਚਾਣ ਆ, ਤੇ ਉਹਨੂੰ ਆਪਾਂ ਜੇ ਅੱਗੇ ਲੈ ਕੇ ਚੱਲੀਏ, ਪ੍ਰਮੋਟ ਕਰੀਏ, ਜ਼ਿਆਦਾ ਵਧੀਆ। ਬਾਕੀ ਪਿਆਰ ਮੁਹੱਬਤ ਦੇ ਗੀਤ ਤਾਂ ਇਹ ਚੱਲਦੇ ਹੀ ਰਹਿਣੇ ਨੇ, ਇਹ ਚੱਲੀ ਜਾਣੇ ਨੇ, ਤੇ ਸਾਫ਼ ਸੁਥਰਾ ਕੰਮ ਕਰੀਏ ਤਾਂ ਜ਼ਿਆਦਾ ਵਧੀਆ। जी, तो आप भी कोई भी गाना चूज करते हैं तो ये देख के ही कि लिरिक्स कैसे हैं या कैसा आगे चलने ਜਿਹੜਾ वाला ਗਾਣਾ डिसीजन ਤੁਹਾਨੂੰ लेना ਪਸੰਦ बहुत ਹੁੰਦਾ ਆ, ਜਿਹਦਾ ਲਿਰਿਕ ਪਸੰਦ ਉਹਦੇ ਨਾਲ ਤਾਂ ਮੈਂ ਬਜਟ ਬਾਰੇ ਸੋਚਦਾ ਨਾ ਕੁਛ, ਚਾਹੇ ਮੈਨੂੰ ਬੱਚੇ ਨਾ ਬੱਚੇ, ਉੱਥੇ ਤਾਂ ਆਪਾਂ ਪੂਰਾ ਜ਼ੋਰ ਲਾ ਦਿੰਦੇ। चाहे अपनी जेब से भी पैसा ਕਈ ਗਾਣੇ ਇਦਾਂ ਦੇ ਹੁੰਦੇ ਆ ਵੀ ਉਹਨਾਂ ਦੇ ਫਿਰ ਯਾਨੀ ਧੱਕੇ ਨਾਲ ਹੀ ਕਰਨੇ ਪੈਂਦੇ ਨੇ, ਬਟ ਕਰਦੀ ਨੇ ਮੈਂ ਵੈਸੇ ਮੋਸਟਲੀ ਇੰਨੇ ਕੀਤੇ ਨੇ, ਕਿਉਂਕਿ ਮੇਰੇ ਆਡੀਓ ਜਿਹੜੇ ਹੁੰਦੇ ਨੇ ਮੈਂ ਚੂਜ਼ੇਬਲ ਜੀ ਆਡੀਓ ਕਰਦਾ ਅੱਜ ਤੱਕ। जी, बहुत बहुत धन्यवाद सर। ਥੈਂਕ ਯੂ ਜੀ।